ഡൽഹി തെരഞ്ഞെടുപ്പിന് ശേഷം പഞ്ചാബിൽ നേതൃത്വമാറ്റം ഉണ്ടാകുമെന്ന അഭ്യൂഹങ്ങൾക്കിടയിൽ ആം ആദ്മി പാർട്ടി നേതാവ് അരവിന്ദ് കെജ്രിവാൾ പഞ്ചാബ് മുഖ്യമന്ത്രിയായി അധികാരമേൽക്കുമെന്ന അഭ്യൂഹങ്ങൾ ഉണ്ടായിരുന്നു. എന്നാൽ അതെല്ലാം അപ്പാടെ തള്ളുകയാണ് പഞ്ചാബ് മുഖ്യമന്ത്രി ഭഗവത് മാൻ. ഇതോടെ ഒരു MLA കസേര പോലും കിട്ടാത്ത കെജ്രിവാൾ വെറും കൺവീനർ എന്ന പോസ്റ്റിലേക്ക് ചുരുങ്ങിയിരിക്കുകയാണ്. ആം ആദ്മി ദില്ലി പിടിക്കുമെന്ന് സ്വപ്നം തകർന്നതോടെ പഞ്ചാബിൽ മുഖ്യമന്ത്രിയാകാമെന്ന് കരുതി ഭഗവത് മാനിനെതിരെ കെജ്രിവാൾ അവിടുത്തെ നേതാക്കന്മാരെ തന്നെ തിരിച്ചുവിട്ട നേരത്താണ് നിറവേറ്റാതെ പോയ ചില വാഗ്ദാനങ്ങൾ ഒന്നൊന്നായിട്ട് നിറവേറ്റിക്കൊണ്ട് മാൻ തനിക്കെതിരെ വരുന്ന വലിയൊരു അപകടത്തെ ഇല്ലാതാക്കിയത്. അരവിന്ദ് കെജ്രിവാൾ പഞ്ചാബ് മുഖ്യമന്ത്രിയാകാൻ പോകുന്നില്ല. ഇതൊരു യാതൊരു സത്യവുമില്ലാത്ത കാര്യമാണ്. അടിസ്ഥാനരഹിതമായ കിംവദന്തികളാണവ എന്നാണ് ഈ വിഷയത്തിൽ കണ്ണുമടച്ചു പൂട്ടിക്കൊണ്ട് മാൻ മറുപടി നൽകിയത്. പഞ്ചാബിൽ പ്രത്യേകിച്ച് ഡൽഹിയിൽ ആം ആദ്മി പാർട്ടി നേരിട്ട തെരഞ്ഞെടുപ്പിൽ തിരിച്ചടി നേരിട്ടതിന് ശേഷം അഴിമതി വിരുദ്ധ പ്രവർത്തനങ്ങൾക്ക് ആക്കം കൂടിയിട്ടുണ്ട്. ശുദ്ധവും കാര്യക്ഷമവുമായ ഒരു ഭരണ മാതൃക അവതരിപ്പിക്കാൻ ദൃഢനിശ്ചയിച്ച ഒരു സംസ്ഥാന സർക്കാർ എല്ലാ ഡെപ്യൂട്ടി കമ്മീഷണർമാർക്കും, സബ് ഡിവിഷൻ മജിസ്ട്രേറ്റുമാർക്കും, സീനിയർ പോലീസ് സൂപ്രണ്ടുമാർക്കും, സ്റ്റേഷൻ ഹൗസ് ഓഫീസർമാർക്കും അതത് പ്രദേശങ്ങളിൽ അഴിമതിരഹിത ഭരണം ഉറപ്പാക്കാൻ നിർദ്ദേശം നൽകിക്കൊണ്ടാണ് ഈ പഞ്ചാബിലെ മുഖ്യമന്ത്രി ഭഗവത് മാൻ കെജ്രിവാളിനെ കടത്തിവിട്ടിയത്. നിർദ്ദേശങ്ങൾ പാലിക്കാത്ത ഉദ്യോഗസ്ഥർക്ക് കർശനമായ അച്ചടക്ക നടപടി നേരിടേണ്ടി വരുമെന്നും സർക്കാർ വൃത്തങ്ങൾ അറിയിച്ചിരുന്നു. കെജ്രിവാൾ ഒരിക്കലും മുഖ്യമന്ത്രിയാകില്ല എന്ന് പറഞ്ഞുകൊണ്ട് ഭഗവത് മാൻ AAPയുടെ ആ പ്രതീക്ഷയും അടയ്ക്കുകയാണ്. ആ വീഡിയോ ദൃശ്യങ്ങൾ കൂടി കാണാം. तो कुछ डीसी साहब नाल खड़े ने की कमी है ਅਸੀਂ ਪੂਰੀਆਂ ਕਰਾਂ। ਇੱਕ ਮਾਨ ਸਾਹਿਬ ਜਿਹੜੇ ਰਿਪੋਰਟ ਹੋਇਆ ਅਮਰੀਕਾ ਤੋਂ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਦੀ ਕਿਉਂ ਲਾਇਆ ਜਾ ਰਿਹਾ? ਮੈਂ ਉੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ। ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਮੋਦੀ ਨੇ ਚਲਾਇਆ ਵੀ ਹੈ, ਠੀਕ ਹੈ ਨਾ, ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਵਿਰੋਧ ਤੋਂ ਦਾ ਅਸਰ ਇਹ ਹੋਊਗਾ ਅਗਲਾ ਜਹਾਜ਼ ਜਿਹੜਾ ਜਿੱਤਦਾ ਹੋਊਗਾ ਉਹ ਘੱਟੋ ਘੱਟ ਅੰਮ੍ਰਿਤਸਰ ਜਾਂ ਪੰਜਾਬ ਚ। ਸਭ ਜਿਹੜੇ ਨੌਜਵਾਨ ਮੁੰਡੇ ਆ ਇਹਨਾਂ ਨੂੰ ਕੋਈ ਮੁੜ ਵਸੇਬਰੀ ਕੋਈ ਸਰਕਾਰ ਸਹਾਇਤਾ ਕਰੂਗੀ? ਹਾਂ, ਇਹ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ। ਕਿਤੇ ਉਹ ਡਿਪਰੈਸ਼ਨ ਚ ਨਾ ਚਲੇ ਜਾਣ। ਕਈ ਵਾਰੀ ਪਿੰਡ ਦੇ ਲੋਕ ਜਾਂ ਪਿੰਡ ਦੇ ਸ਼ਰੀਕੇ ਵਾਲੇ ਮਿਹਣੇ ਮਾਰਨ ਲੱਗਦੇ ਹੈ ਵੀ। ਤੇ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਇਹੋ ਜਿਹੇ ਵੀ ਨੇ ਜਿਹੜੇ ਉੱਧਰੋਂ ਮੁੜ ਕੇ ਆ ਕੇ ਇੱਧਰ ਕੰਮ ਕਰਕੇ ਕਾਮਯਾਬ ਹੋ। ਅਸੀਂ ਉਹਨਾਂ ਨੂੰ ਮਿਲਾਵਾਂਗੇ। ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮਾਖਾ ਦੇ, ਜਿਨ੍ਹਾਂ ਨੇ 5 ਜੁਆਏ ਖੋਲਿਆ ਹੋਇਆ ਉੱਥੇ। ਹਾਂ, ਲਹਿਰਾ ਵੀ ਹੈ ਨਾ, ਵਾਟਰ ਪਾਰਕ। 4 ਮੁੰਡੇ ਬੁਰਜਹਰੀ ਦੇ ਨੇ, ਹੈ ਨਾ, ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਨੂੰ ਮਿਲਾਵਾਂਗੇ। ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ, ਅਸੀਂ ਵੀ ਨਹੀਂ ਆਏ ਹੋਏ ਆ ਬਾਪੂ ਮਾਰੋ ਮੁੱਕੇ ਆ ਜਾਓ ਪੈਸੇ ਕੰਮ ਕਰੀਏ। ਉਹ 550 ਮੁੰਡੇ ਨੂੰ ਕੰਮ ਦੇ ਰਹੇ ਨੇ ਇਸ ਵਕਤ, ਜਿਹੜੇ ਮੁੰਡੇ 6-7 ਪਾਰਟਨਰ। ਤੇ ਸੋ ਇੱਥੇ ਅਸੀਂ ਉਹਨਾਂ ਨੂੰ ਓਪਰਚੁਨਿਟੀਜ਼ ਦੇਵਾਂਗੇ। ਜੇ ਕੋਈ ਉਹਨਾਂ ਚੋਂ ਟੈਸਟ ਪਾਸ ਕਰਨਾ ਚਾਹੁੰਦਾ, ਕੋਈ ਪਟਵਾਰੀ ਦਾ, ਕੋਈ DSP ਦਾ, ਕੋਈ ਕਿਸੇ SDO ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੁੰਦਾ, ਪਾਸ ਕਰੇ, ਨੌਕਰੀ ਮਿਲੂਗੀ। ਸੋ ਅਸੀਂ ਉਹਨਾਂ ਨੂੰ ਕੋਈ ਏਦਾਂ ਡਿਪਰੈਸ਼ਨ 'ਚ ਨਹੀਂ ਜਾਣ ਦਿੰਦੇ। ਸਾਡੇ ਧੀਆਂ ਪੁੱਤ ਨੇ, ਕੋਈ ਗੱਲ ਨਹੀਂ, ਸਿਸਟਮ ਤੋਂ ਰੁੱਸ ਕੇ ਗਏ ਹੋਣਗੇ ਨਾ, ਕਿਹਦਾ ਜੀ ਕਰਦਾ ਧਰਤੀ ਛੱਡਣ ਨੂੰ ਜੀ। ਜਿਵੇਂ ਵਿਰੋਧੀ ਧਿਰ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਸਾਹਿਬ ਬਣਨਗੇ, ਏਦਾਂ ਦੀ ਗੱਲ ਹੋ ਸਕਦੀ ਹੈ? ਪਹਿਲਾਂ ਜੋ ਵੀ ਮੂੰਹ ਚਾਹੁੰਦਾ ਕਹਿੰਦੇ, ਇਹ ਤਾਂ ਉਦੋਂ ਪਹਿਲਾਂ ਵੀ ਕਹਿੰਦੇ ਸੀ, ਉਦੋਂ ਪਹਿਲਾਂ ਵੀ ਕਹਿੰਦੇ ਸੀ। ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਨੇ, ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ, ਠੀਕ ਹੈ ਨਾ। ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਲ ਚਲਾਉਣਾ, ਠੀਕ ਹੈ ਨਾ। ਉਹਨਾਂ ਦਾ ਕਦੇ ਗੁਜਰਾਤ 'ਚ, ਕਦੇ ਉਹਨਾਂ ਦਾ ਬਣਦਾ ਪ੍ਰੋਗਰਾਮ, ਕਦੇ ਛੱਤੀਸਗੜ੍ਹ, ਕਦੇ ਮੱਧ ਪ੍ਰਦੇਸ਼। ਸੋ ਇਦਾਂ ਦੀ ਕਿਹੜੀ ਕੋਈ ਇਹ ਸਾਰਾ ਜਿਹੜਾ ਚੱਲਦੇ ਨੇ ਰਿਊਮਰ ਹੈ ਨਾ। 3-4 ਦੇ ਅੱਜ ਮੈਨੂੰ ਫੋਨ ਆਇਆ, ਕਹਿੰਦੇ ਤੁਹਾਡਾ ਬਰਥਡੇ ਅੱਜ। ਲੈ ਮੈਂ ਕਿਹਾ ਕਿੱਥੇ ਹੈ? ਕਹਿੰਦੇ ਜੀ ਨੈਟ ਤੇ ਦੇਖਿਆ। ਮੈਂ ਕਿਹਾ ਯਾਰ ਘੱਟੋ ਘੱਟ ਸਾਲ 'ਚ ਇੱਕ ਅੱਧੀ ਵਾਰੀ ਇੱਕ ਤਾਂ ਚਲੋ ਚੱਲ ਜਾਂਦਾ, 4-5 ਤਾਂ ਬਰਥਡੇ ਨਾ ਕਰਿਆ ਕਰੋ, ਹੈ ਨਾ। ਇੱਕ ਬਰਥਡੇ ਤਾਂ ਹੁੰਦਾ ਹੀ ਹੈ ਸਾਲ 'ਚ। ਸੋ ਇੱਥੇ ਉਹੀ ਅਫਵਾਹਾਂ ਫੈਲਾਉਂਦੇ ਰਹਿੰਦੇ ਨੇ, ਕੋਈ ਏਦਾਂ ਨਹੀਂ।